morning, class. गुड मॉर्निंग बच्चे। किमें हो सारे? हाँ जी ठीक। ओके बच्चे। सो बच्चे ਅਸੀਂ ਅੱਜ ਆਪਣਾ ਨੈਕਸਟ ਟੌਪਿਕ ਸਟਾਰਟ ਕਰਨਾ। आई होप कि तुम इंटरेस्टेड बैठे हो कि उसकी स्टार्ट ਕਰਨ ਤੋਂ ਪਹਿਲਾਂ ਤੇ ਉਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਕੁਝ ਕੁਐਸਚਨ ਪੁੱਛੂੰਗੀ। ਮੈਂ ਜਿਹਦਾ ਨਾਮ ਲੈਣਾ ਉਹ ਬੱਚਾ ਆਨਸਰ ਕਰੇਗਾ। ਠੀਕ ਹੈ। ਫਰਸਟ ਕੁਐਸਚਨ ਲੋਟਸ, which type of clothes we wear in summer? Cotton cloth. ओके वेरी गुड। Next question is for Aniket. Do we wear woolen clothes in winter? Why? हाँ जी ਬੱਚੇ ਤੁਸੀਂ ਇੱਕ ਗਲਤੀ ਕਰ ਗਏ। ਵੂਲਨ ਕਲੋਥ ਸਮਰ ਚ ਨਹੀਂ, ਵੂਲਨ ਕਲੋਥ ਵੇਅਰ ਹੁੰਦੇ ਵਿੰਟਰ ਵਿੱਚ। ਠੀਕ ਹੈ। ਨੈਕਸਟ ਕੁਐਸਚਨ ਹੈ ਸੌਰਵ, cotton cloth give us warmness or coldness? कूलनेस। वेरी गुड। Okay. Jatin, how how do we know whether a object is hot or cold? मैम बाय टचिंग। By touching. Okay, very good. Okay, last question. How things get heated or cooled? Anyone know? No. Okay, student. So our today topic is heat. तो ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਹੀਟ ਹੁੰਦੀ ਕੀ ਹੈ। ਹੀਟ ਮਤਲਬ ਕਿਸੇ ਚੀਜ਼ ਨੂੰ ਗਰਮ ਕਰਨਾ। ਠੀਕ ਹੈ। ਕਿਸ ਚੀਜ਼ ਨੂੰ એનર્ਜੀ ਦੇ ਨਾਲ ਗਰਮ ਹੋਣਾ। ਸੋ ਸਭ ਤੋਂ ਪਹਿਲਾਂ ਇਹ ਸਾਡਾ what is heat? ਹੀਟ ਕੀ ਹੈ? ਕਹਿੰਦੇ ਹੀਟ ਇਜ਼ ਅ ਫਾਰਮ ਆਫ એનર્ਜੀ। ਹੀਟ ਕੀ ਹੈ? ਇੱਕ ਜਿਹੜੀ એનર્ਜੀ ਹੈ ਉਹਦੀ ਫਾਰਮ ਹੈ। ਹੁਣ ਅਸੀਂ ਆਪਣੀ ਪ੍ਰੀਵੀਅਸ ਕਲਾਸਿਸ ਵਿੱਚ ਤੁਸੀਂ ਪੜ੍ਹਿਆ ਹੋਣਾ ਕਿ એનર્ਜੀ ਕੀ ਹੈ। એનર્ਜੀ ਕੀ ਹੈ? ਇੱਕ ਕਪੈਸਿਟੀ ਹੈ ਕਿਸੇ ਵੀ ਵਰਕ ਨੂੰ ਡਨ ਕਰਨ ਲਈ। ਮਤਲਬ ਹੁਣ ਅਸੀਂ ਕੋਈ ਕੰਮ ਕਰਨਾ ਹੋਊਗਾ, ਅਗਰ ਸਾਡੇ 'ਚ એનર્ਜੀ ਹੋਊਗੀ ਅਸੀਂ ਤਾਂ ਹੀ ਉਹ ਕੰਮ ਕਰੂੰਗੇ। ਅਗਰ એનર્ਜੀ ਨਹੀਂ ਹੋਊਗੀ ਤਾਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ। ਇਸ ਲਈ ਜਿਹੜੀ ਹੀਟ ਹੈ ਉਹ ਇੱਕ એનર્ਜੀ ਦੀ ਫਾਰਮ ਹੈ। ਠੀਕ ਹੈ। ਅਗਰ ਕਿਸੇ ਚੀਜ਼ 'ਚ એનર્ਜੀ ਮਤਲਬ ਅਗਰ ਹੁਣ ਅਸੀਂ ਕੁਝ ਖਾਣਾ ਪਕਾਣਾ, ਖਾਣਾ ਪਕਾਉਣ ਲਈ ਪਹਿਲਾਂ ਅਸੀਂ ਗੈਸ ਔਨ ਕਰੂੰਗੇ, ਉਹਨੂੰ ਹੀਟ ਦਵਾਂਗੇ। ਜਿਹਦੇ ਪੈਨ ਵਿੱਚ ਅਸੀਂ ਸਬਜ਼ੀ ਬਣਾਉਣੀ, ਉਹਨ ਗਰਮ ਹੋਣਾ, ਫਿਰ ਉਹਦੇ ਵਿੱਚ ਅਸੀਂ ਆਪਣਾ ਹੋਰ ਸਮਾਨ ਤੇ ਆਇਲ ਹੋਰ ਸਬਜ਼ੀਆਂ ਜਿਹੜੀਆਂ ਕੁੱਕ ਕਰੂੰਗੇ, ਉਸ ਤੋਂ ਬਾਅਦ ਜਿਹੜੀ ਸਬਜ਼ੀ ਸਾਡੀ ਬਣਨੀ। ਹੁਣ ਅਗਲਾ ਸਾਡਾ ਹੈ ਕਿ ਸਾਨੂੰ ਕਿੱਦਾਂ ਪਤਾ ਚੱਲਣਾ ਕਿ ਕੋਈ ਵੀ ਜਿਹੜਾ ਸਬਸਟੈਂਸ ਹੈ ਉਹ ਕੂਲ ਹੈ ਜਾਂ ਹੌਟ ਹੈ। ਹੁਣ ਦੇਖੋ, ਮੈਂ ਆਈਸ ਦਾ ਪੀਸ ਲਿਆ, ਮੈਨੂੰ ਟੱਚ ਕੀਤਾ ਔਰ ਮੈਨੂੰ ਪਤਾ ਕਿ ਇਹ ਕੋਲਡ ਹੈ। ਠੀਕ ਹੈ। ਔਰ ਇੱਧਰ ਮੈਂ ਵਾਰਮ ਵਾਟਰ ਲਿਆ, ਹੌਟ ਵਾਟਰ, ਇਹਦੇ ਵਿੱਚ ਮੈਂ ਹੌਟ ਵਾਟਰ ਲਿਆ ਔਰ ਇਹਨੂੰ ਮੈਂ ਟੱਚ ਕੀਤਾ ਔਰ ਇਹਨੂੰ ਮੈਨੂੰ ਪਤਾ ਲੱਗ ਗਿਆ ਹੌਟ ਹੈ। ਔਰ ਹੁਣ ਅਸੀਂ ਇੱਕ ਐਕਸਪੈਰੀਮੈਂਟ ਪਰਫਾਰਮ ਕਰੂੰਗੇ। ਜਤਿਨ ਐਂਡ ਲੋਟਸ, ਤੁਸੀਂ ਮੇਰੇ ਨਾਲ ਐਕਸਪੈਰੀਮੈਂਟ ਇਹ ਪਰਫਾਰਮ ਕਰਨਾ। 3 ਬਾਉਲ ਲਓ, ਇੱਕ ਵਿੱਚ ਹੌਟ ਵਾਟਰ, ਸੈਕਿੰਡ ਵਿੱਚ ਟੈਪ ਵਾਟਰ ਐਂਡ ਥਰਡ ਵਿੱਚ ਕੋਲਡ ਵਾਟਰ। ਸਟਾਰਟ ਦੀ ਐਕਸਪੈਰੀਮੈਂਟ। ਬੱਚੇ ਲੈ ਲਿਆ? हाँ जी मैम। ਠੀਕ ਹੈ। ਸੋ ਹੁਣ ਤੁਸੀਂ ਕੀ ਕਰਨਾ, ਦੇਖੋ ਇਹਦੇ ਵਿੱਚ ਮੈਂ ਲਿਆ ਕੋਲਡ ਵਾਟਰ, ਹੌਟ ਵਾਟਰ ਐਂਡ ਟੈਪ ਵਾਟਰ। ਤੁਸੀਂ ਲੈ ਲਿਆ ਬੱਚੇ ਸਾਰਿਆਂ ਨੇ? ਲੋਟਸ हाँ ਐਂਡ जी। ਜੈਟ। ਓਕੇ। यस ਹੁਣ मैम। ਆਪਣਾ ਲੈਫਟ ਹੈਂਡ ਹੈ ਉਹਨੂੰ ਕੋਲਡ ਵਾਟਰ ਵਿੱਚ ਪਾਓ, ਤੇ ਜਿਹੜਾ ਤੁਹਾਡਾ ਰਾਈਟ ਹੈਂਡ ਹੈ ਉਹਨੂੰ ਹੌਟ ਵਾਟਰ ਵਿੱਚ ਪਾਓ। ਸਮ ਟਾਈਮ ਲਈ ਇਹਨੂੰ ਇਹਦੇ ਵਿੱਚ ਹੀ ਰੱਖੋ।
ਠੀਕ ਹੈ। ਹੁਣ ਆਪਣੇ ਦੋਨੋਂ ਹੈਂਡ ਹੈ ਨਾ ਜਿਹੜੇ ਉਹ ਟੈਪ ਵਾਟਰ ਵਿੱਚ ਪਾਓ। ਹੁਣ ਮੈਨੂੰ ਦੱਸੋ ਤੁਹਾਨੂੰ ਕੀ ਫੀਲ ਹੋ ਰਿਹਾ। ਦੀ ਜਿਹੜੀ ਹੌਟ ਵਾਟਰ ਵਾਲੀ ਫਿੰਗਰ ਆ ਉਹ ਥੋੜੀ ਗਰਮ ਜੀ ਮਹਿਸੂਸ ਹੁੰਦੀ ਤੇ ਕੋਲਡ ਵਾਟਰ ਵਾਲੀ ਥੋੜੀ ਕੋਲਡ ਜੀ। ਹਾਂਜੀ ਠੀਕ ਹੈ। ਮਤਲਬ ਕੀ ਫੀਲ ਹੋਇਆ, ਜਿਹੜੀ ਤੁਹਾਡੀ ਤੁਸੀਂ ਨੋਰਮਲ ਵਾਟਰ ਵਿੱਚ ਜਿਸ ਟਾਈਮ ਪਾਇਆ, ਜਿਹੜਾ ਤੁਹਾਡੀ ਹੌਟ ਵਾਟਰ ਵਾਲੀ ਫਿੰਗਰ ਸੀ ਉਹ ਤੁਹਾਨੂੰ ਹੌਟ ਫੀਲ ਹੋਈ, ਔਰ ਜਿਹੜੀ ਕੋਲਡ ਵਾਟਰ ਵਾਲੀ ਫਿੰਗਰ ਸੀ ਉਹ ਤੁਹਾਨੂੰ ਕੋਲਡ ਫੀਲ ਹੋਈ। ਇਹਦਾ ਮਤਲਬ ਕੀ ਹੈ ਕਿ ਅਸੀਂ ਸਿੰਪਲ ਤਾਂ ਅਸੀਂ ਦੇਖ ਲੈਂਦੇ ਕਿ ਆਈਸ ਦੇ ਕਿਊਬ ਨੂੰ ਟੱਚ ਕੀਤਾ ਉਹ ਕੋਲਡ ਹੈ, ਤੇ ਕਾਫੀ ਮਗ ਨੂੰ ਅਸੀਂ ਟੱਚ ਕੀਤਾ ਉਹ ਹੌਟ ਹੈ। ਬਟ ਸਮ ਟਾਈਮ ਜਿਹੜੀ ਹੌਟਨੈਸ ਔਰ ਕੋਲਡਨੈਸ ਹੈ ਇਹ ਕੀ ਹੁੰਦੀ, ਰਿਲੇਟਿਵ ਹੁੰਦੀ। ਠੀਕ ਹੈ ਸਟੂਡੈਂਟਸ, ਸਮਝ ਆਇਆ ਤੁਹਾਨੂੰ। हाँ जी। ਹਾਂਜੀ। ਕੋਈ ਕੁਐਸਚਨ ਹੋਵੇ। नो मैम। ਸੋ ਨੈਕਸਟ ਹੈ ਸਾਡੇ ਪਾਸ ਮੇਜ਼ਰਿੰਗ ਟੈਂਪਰੇਚਰ। ਅਸੀਂ ਟੈਂਪਰੇਚਰ ਨੂੰ ਕਿੱਦਾਂ ਮੇਜ਼ਰ ਕਰ ਸਕਦੇ। ਨੋਰਮਲ ਹੈ, ਅਸੀਂ ਦੇਖ ਲੈਂਦੇ ਕਿ ਡਿਗਰੀ ਆਫ ਹੌਟਨੈਸ ਹੈ ਜਾਂ ਕੋਲਡਨੈਸ ਹੈ ਸਬਸਟੈਂਸ ਦੀ। ਠੀਕ ਹੈ, ਉਹਨੂੰ ਮੇਜ਼ਰ ਕਿੱਦਾਂ ਕਰ ਸਕਦੇ, ਇਹਦੇ ਲਈ ਨਾ ਕੁਝ ਸਾਡੇ ਪਾਸ ਫਿਕਸਡ ਸਕੇਲਸ ਹੁੰਦੇ। ਕੁਝ ਸਾਡੇ ਪਾਸ ਜਿੱਦਾਂ ਅਸੀਂ ਯੂਜ਼ ਕਰਦੇ ਇੱਕ ਸੈਲਸੀਅਸ ਸਕੇਲ, ਇੱਕ ਅਸੀਂ ਯੂਜ਼ ਕਰਦੇ ਸੈਲਸੀਅਸ ਸਕੇਲ, ਦੂਸਰਾ ਅਸੀਂ ਯੂਜ਼ ਕਰਦੇ ਫਾਰਾਨਾਈਟ ਸਕੇਲ। ਠੀਕ ਹੈ, ਜਿਹੜਾ ਸੈਲਸੀਅਸ ਸਕੇਲ ਹੈ ਉਹ ਮੇਨਲੀ ਅਸੀਂ ਜਿਹੜੀ ਲੈਬਸ ਵਗੈਰਾ ਵੀ ਯੂਜ਼ ਕਰਦੇ। ਠੀਕ ਹੈ, ਜਿਹੜਾ ਫਾਰਾਨਾਈਟ ਸਕੇਲ ਹੈ ਮਤਲਬ ਥਰਮਾਮੀਟਰ ਜਿਹੜੇ ਕਲੀਨਿਕ ਵਿੱਚ ਡਾਕਟਰਸ ਯੂਜ਼ ਕਰਦੇ, ਲਾਈਕ ਇਸ ਤਰ੍ਹਾਂ ਦਾ ਦੇਖਿਆ ਹੋਣਾ ਤੁਸੀਂ ਸਾਰਿਆਂ ਨੇ। हाँ जी मैम। ਠੀਕ ਹੈ, ਹੁਣ ਇਹਦੇ ਵਿੱਚ ਕੀ ਹੁੰਦਾ, ਇਹਨੂੰ ਬੋਲਦੇ ਅਸੀਂ ਕਲੀਨਿਕਲ ਥਰਮਾਮੀਟਰ। ਇਹਦਾ ਇਹ ਕੀ ਹੁੰਦਾ, ਬੱਲਬ ਹੁੰਦਾ, ਇਹਦੇ ਵਿੱਚ ਇੱਥੇ ਇੰਕ ਹੁੰਦੀ ਇਹਦੀ, ਬਾਕੀ ਇਹਦੇ ਵਿੱਚ ਮਰਕਰੀ ਫਿਲ ਕੀਤੀ ਹੁੰਦੀ। ਜਿਸ ਟਾਈਮ ਅਸੀਂ ਕੋਈ ਵੀ ਟੈਂਪਰੇਚਰ ਆਪਣਾ ਮੇਜ਼ਰ ਕਰਨਾ ਨਾ, ਜਿਹੜੀ ਮਰਕਰੀ ਹੈ ਉਹ ਕੀ ਹੋਣ ਲੱਗ ਜਾਂਦੀ, ਇਨਕਰੀਜ਼ ਹੋਣ ਲੱਗ ਜਾਂਦੀ, ਔਰ ਸਾਨੂੰ ਪਤਾ ਲੱਗ ਜਾਂਦਾ ਕਿਸੇ ਚੀਜ਼ ਦਾ ਟੈਂਪਰੇਚਰ ਜਿਹੜਾ ਕਿੰਨਾ ਹੈ। ਠੀਕ ਹੈ, ਹੁਣ ਲਾਈਕ ਆ ਮੇਰੇ ਪਾਸ ਹੌਟ ਵਾਟਰ ਬੋਇਲ ਹੈ, ਲਾਈਕ ਅਗਰ ਤੁਹਾਨੂੰ ਦਿਖਦਾ ਹੋਵੇ ਤਾਂ ਦੇਖੋ ਕਿਹਦਾ ਟੈਂਪਰੇਚਰ ਬਿਲਕੁਲ ਡਾਊਨ ਹੈ, ਦਿਖ ਰਿਹਾ, ਸ਼ਾਇਦ ਵਿਜ਼ੀਬਲ ਨਾ ਹੋਵੇ ਤੁਹਾਨੂੰ। ਠੀਕ ਹੈ, ਹੁਣ ਦੇਖੋ ਇਹਨੂੰ ਮੈਂ ਹੌਟ ਵਾਟਰ ਵਿੱਚ ਪਾ ਰਹੀ, ਸੋ ਦੇਖੋ ਇਹਦਾ ਜਿਹੜਾ ਟੈਂਪਰੇਚਰ ਹੈ ਇਹ 100 ਤੱਕ ਚਲਾ ਗਿਆ। ਮਤਲਬ ਕਿ ਇਹ ਚੀਜ਼ ਕੀ ਹੈ, ਗਰਮ ਹੈ, ਜਿਹਦੇ ਨਾਲ ਜਿਹੜਾ ਟੈਂਪਰੇਚਰ ਕੀ ਹੈ ਇਨਕਰੀਜ਼ ਹੋ ਗਿਆ, ਮਰਕਰੀ ਦਾ ਲੈਵਲ ਹੈ ਜਿਹੜਾ ਇਨਕਰੀਜ਼ ਹੋ ਗਿਆ। ਇਸੇ ਤਰ੍ਹਾਂ ਅਗਰ ਮੈਂ ਇਹਨੂੰ ਕੋਲਡ ਵਾਟਰ ਚ ਪਾਵਾਂ ਤਾਂ ਜਿਹੜਾ ਇਹਦਾ ਟੈਂਪਰੇਚਰ ਹੈ ਉਹ ਇਨਕਰੀਜ਼ ਨਹੀਂ ਹੋਣਾ। ਕਿਉਂ, ਕਿਉਂਕਿ ਜਿਹੜਾ ਫਰੀजिंग ਪੁਆਇੰਟ ਹੈ ਉਹ ਲੋ ਹੁੰਦਾ ਔਰ ਬੋਇਲਿੰਗ ਪੁਆਇੰਟ ਹੈ ਜਿਹੜਾ ਹਾਈ ਹੁੰਦਾ। ਕਿਸੇ ਵੀ ਸਬਸਟੈਂਸ ਦਾ ਫਰੀजिंग ਪੁਆਇੰਟ ਜਿਹੜਾ ਹੁੰਦਾ 0 ਡਿਗਰੀ ਹੁੰਦਾ, ਔਰ ਵਾਟਰ ਦਾ ਔਰ ਬੋਇਲਿੰਗ ਪੁਆਇੰਟ ਕਿੰਨਾ ਹੁੰਦਾ 100 ਡਿਗਰੀ ਸੈਲਸੀਅਸ। ਠੀਕ ਹੈ ਸਟੂਡੈਂਟ, ਸਮਝ ਆ ਰਿਹਾ। यस मैम। ਹਾਂਜੀ। ਕਹਿੰਦੇ ਕਿ ਟੈਂਪਰੇਚਰ ਰਾਈਜ਼ਸ ਵਿਦ ਹੀਟ। ਹੁਣ ਇਹ ਤਾਂ ਓਬਵੀਅਸ ਹੈ ਕਿ ਕੋਈ ਵੀ ਟੈਂਪਰੇਚਰ ਹੈ ਉਹ ਜਿੱਦਾਂ ਜਿੱਦਾਂ ਅਸੀਂ ਹੀਟ ਰਾਈਜ਼ ਕਰੀ ਜਾਣੀ ਉਹ ਕੀ ਹੋਈ ਜਾਣਾ, ਜਿਹੜਾ ਟੈਂਪਰੇਚਰ ਵੀ ਉਹਦਾ ਕੀ ਹੋ ਜਾਣਾ, ਰਾਈਜ਼ ਹੋਈ ਜਾਣਾ। ਲਾਈਕ ਹੁਣ ਅਸੀਂ ਪਾਣੀ ਨੂੰ ਬੋਇਲ ਕਰਨਾ, ਪਹਿਲਾਂ ਅਸੀਂ ਉਹਨੂੰ ਨੋਰਮਲ ਗੈਸ ਤੇ ਰੱਖ ਦਿੱਤਾ, ਪਾਣੀ ਦਾ ਜਿਹੜਾ ਟੈਂਪਰੇਚਰ ਹੈ ਉਹ ਥੋੜਾ ਠੀਕ ਠੀਕ ਨੋਰਮਲ ਹੋਣਾ। ਅਗਰ ਮੈਂ ਗੈਸ ਤੇਜ਼ ਕਰ ਦੇਵਾਂ ਪਾਣੀ ਨੇ ਬੋਇਲ ਕਰਨਾ ਸਟਾਰਟ ਹੋ ਜਾਣਾ, ਉਹਦਾ ਜਿਹੜਾ ਟੈਂਪਰੇਚਰ ਵੀ ਕੀ ਹੋ ਜਾਣਾ, ਹਾਈ ਹੋ ਜਾਣਾ। ਠੀਕ ਹੈ ਸਟੂਡੈਂਟਸ, ਓਕੇ। ਸੋ ਨੈਕਸਟ ਹੈ ਕੀ ਹੈ ਸਾਡੇ ਪਾਸ, ਕਹਿੰਦੇ ਹੀਟ ਕੋਸਿਸ ਐਕਸਪੈਂਸ਼ਨ। ਹੀਟ ਕੀ ਕੋਸ ਕਰਦੀ, ਐਕਸਪੈਂਸ਼ਨ। ਮਤਲਬ ਹੁਣ ਥਰਮਾਮੀਟਰ ਦੀ ਐਗਜ਼ਾਮਪਲ ਲਈ ਨਹੀਂ ਕਿ ਅਗਰ ਅਸੀਂ ਇਹਨੂੰ ਹੌਟ ਬੋਡੀ ਵਿੱਚ ਰੱਖੀਏ, ਠੀਕ ਹੈ, ਮਤਲਬ ਹੌਟ ਟੈਂਪਰੇਚਰ ਇਹਦਾ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦਾ, ਮਤਲਬ ਜਿਹੜੀ ਮਰਕਰੀ ਹੈ ਉਹ ਜਿਹੜੀ ਇਸ ਥਰਮਾਮੀਟਰ ਦੇ ਅੰਡਰ ਜਿਹੜੀ ਐਕਸਪੈਂਡ ਹੋਣੀ ਸਟਾਰਟ ਹੋ ਜਾਂਦੀ। ਠੀਕ ਹੈ ਸਟੂਡੈਂਟਸ, यस मैम। ਕੋਈ ਕੁਐਸਚਨ ਪੁੱਛਣਾ ਹੋਵੇ। ਨੈਕਸਟ ਹੈ ਸਾਡੇ ਪਾਸ ਕੀ ਕਹਿੰਦੇ ਹੀਟ ਕੋਸਿਸ ਚੇਂਜ ਆਫ ਸਟੇਟਸ, ਕਿ ਜਿਹੜੀ ਹੀਟ ਹੈ ਉਹ ਜਿਹੜੀ ਸਟੇਟ ਚੇਂਜ ਵਿੱਚ ਕੋਸ ਕਰਦੀ, ਸਟੇਟ ਚੇਂਜ ਕਰਨ ਵਿੱਚ। ਹੁਣ ਤੁਹਾਨੂੰ ਪਤਾ ਹੈ ਕਿ ਸੋਲਿਡ ਹੈ ਲਿਕੁਇਡ ਵੀ ਚੇਂਜ ਹੁੰਦਾ,
ਲਿਕੁਇਡ ਕਾਦੇ ਵਿੱਚ ਚੇਂਜ ਹੁੰਦੇ? ਗੈਸਿਸ ਵਿੱਚ। ਫੇਰ ਕੀ ਹੁੰਦਾ, ਜਿਹੜੀਆਂ ਗੈਸਿਸ ਹੈ ਉਹ ਦੁਬਾਰਾ ਲਿਕੁਇਡ ਵਿੱਚ ਹੋ ਜਾਂਦੀ ਹੈ ਚੇਂਜ, ਔਰ ਲਿਕੁਇਡ ਕਾਦੇ ਵਿੱਚ ਚੇਂਜ ਹੋ ਜਾਂਦੇ? ਸੋਲਿਡ ਵਿੱਚ। ਸੋ ਇਸ ਲਈ ਦੇਖੋ ਹੁਣ ਮੈਂ ਆਈਸ ਦਾ ਪੀਸ ਲਿਆ, ਹੁਣ ਅਗਰ ਮੈਂ ਇਹਨੂੰ ਇੱਥੇ ਰੱਖਿਆ ਤੇ ਇਨ ਸਮ ਟਾਈਮ ਬਾਅਦ ਜਿਹੜਾ ਕੀ ਹੈ ਇਹਨੂੰ ਲਿਕੁਇਡ ਵਿੱਚ ਚੇਂਜ ਹੋ ਜਾਣਾ, ਔਰ ਅਗਰ ਮੈਂ ਹੀਟ ਦਊਂਗੀ ਇਹਨੂੰ ਤਾਂ ਇਨ ਕੀ ਕਰਨਾ? वेपर्स ਵਿੱਚ ਚੇਂਜ ਹੋ ਜਾਣਾ। ਠੀਕ ਹੈ, ਸੀਆ ਕੈਮਰਾ ਔਨ ਕਰੋ। ਔਰ ਅਗਰ ਮੈਂ ਉਹਨਾਂ वेपर्स ਨੂੰ ਕੂਲ ਡਾਊਨ ਕਰਾਂ, ਸਮ ਟਾਈਮ ਲਈ ਕੂਲ ਹੋਣ ਨੂੰ ਰੱਖ ਦਵਾਂ, ਜਿਹੜੇ ਉਹ वेपर्स ਹੈ ਉਹ ਕਾਦੇ ਵਿੱਚ ਚੇਂਜ ਹੋਣੇ ਸਟਾਰਟ ਹੋ ਜਾਣੇ? ਦੁਬਾਰਾ ਲਿਕੁਇਡ ਵਿੱਚ। ਔਰ ਅਗਰ ਉਹਨੂੰ ਮੈਂ ਫਰੀਜ ਕਰ ਦਵਾਂ, ਔਰ ਉਹ ਕਾਦੇ ਵਿੱਚ ਦੁਬਾਰਾ ਮੇਰੇ ਪਾਸ ਆ ਜਾਣੇ? ਆਈਸ ਦੀ ਫॉर्म ਵਿੱਚ। ਠੀਕ ਹੈ ਸਟੂਡੈਂਟਸ? Yes, ma'am. ਓਕੇ, ਸੋ ਨੈਕਸਟ ਕਹਿੰਦੇ flow of heat। ਕਹਿੰਦੇ why does the mercury in thermometer rise when you place it under the tongue? Because it get heated and expand। ਕਿ ਮਰਕਰੀ ਹੀ ਕਿਉਂ ਜਿਹੜੀ ਥਰਮਾਮੀਟਰ ਵਿੱਚ ਰਾਈਜ਼ ਹੋਣੀ ਸਟਾਰਟ ਕਰਨ ਲੱਗ ਜਾਂਦੀ ਜਿਸ ਟਾਈਮ ਅਸੀਂ ਉਹਨੂੰ ਆਪਣੀ ਟੰਗ ਦੇ ਨੀਚੇ ਰੱਖਦੇ? ਕਿਉਂ? ਕਿਉਂਕਿ ਜਿਹੜੀ ਮਰਕਰੀ ਆ ਉਹ ਹੀਟ ਹੋਣੀ ਸਟਾਰਟ ਹੋ ਜਾਂਦੀ। ਠੀਕ ਹੈ, ਮਰਕਰੀ ਕੀ ਹੋ ਜਾਂਦੀ? ਹੀਟ ਹੋਣੀ ਸਟਾਰਟ ਹੋ ਜਾਂਦੀ, ਔਰ ਉਸ ਤੋਂ ਬਾਅਦ ਕੀ ਹੈ ਉਹ ਐਕਸਪੈਂਡ ਹੋਣੀ ਸਟਾਰਟ ਹੋ ਜਾਣੀ। ਇਹਦਾ ਮਤਲਬ ਕੀ ਹੈ, ਜਿਹੜੀ ਹੀਟ ਹੈ ਉਹ ਫਲੋ ਕਰ ਰਹੀ। ਹੀਟ ਕਿੱਦਾਂ ਫਲੋ ਕਰਦੀ? ਅਗਰ ਮੇਰੇ ਪਾਸ ਦੋ ਚੀਜ਼ਾਂ ਹੈ, ਆ ਮੇਰੇ ਪਾਸ ਕੂਲ ਚੀਜ਼ ਹੈ, ਆ ਮੇਰੇ ਪਾਸ ਹੌਟ ਚੀਜ਼ ਹੈ, ਅਗਰ ਇਹਨਾਂ ਮੈਂ ਦੋਨਾਂ ਨੂੰ ਇਕੱਠੇ ਕਰ ਦੇਵਾਂ, ਜਦੋਂ ਤੱਕ ਜਿਹੜੀ ਇਹਨਾਂ ਦਾ ਟੈਂਪਰੇਚਰ ਸੇਮ ਨਹੀਂ ਹੋਣਾ, ਜਿਹੜੀ ਹੀਟ ਹੈ ਉਹਨ ਕੀ ਕਰੀ ਜਾਣਾ? ਫਲੋ ਕਰੀ ਜਾਣਾ। ਠੀਕ ਹੈ, ਹੁਣ ਲਾਈਕ ਹੁਣ ਅਸੀਂ ਸਰਦੀਆਂ ਵਿੱਚ ਤੁਸੀਂ ਦੇਖਦੇ ਹੋ ਕਿ ਤੁਹਾਡਾ ਇੱਕ ਅਗਰ ਹੱਥ ਗਰਮ ਹੋਵੇ, ਦੂਸਰਾ ਠੰਡਾ ਹੋਵੇ, ਤੁਸੀਂ ਜਾਂ ਤਾਂ ਉਹਨੂੰ ਰੱਬ ਕਰਦੇ ਜਾਂ ਤਾਂ ਉਹਨੂੰ ਫੜ ਲੈਂਦੇ। ਤੁਸੀਂ ਉਦੋਂ ਤੱਕ ਉਹ ਜਿਹੜਾ ਸਾਨੂੰ ਗਰਮ ਲੱਗਦਾ ਜਦੋਂ ਤੱਕ ਕਿ ਸਾਡੇ ਦੋਨਾਂ ਹੈਂਡਸ ਦਾ ਜਿਹੜਾ ਟੈਂਪਰੇਚਰ ਹੈ ਉਹ ਸੇਮ ਨਹੀਂ ਹੋ ਜਾਂਦਾ। ਠੀਕ ਹੈ ਬੱਚੋ, ਸਮਝ ਆ ਰਿਹਾ? हाँ जी। ਠੀਕ ਹੈ, ਨੈਕਸਟ ਹੈ ਸਾਡੇ ਪਾਸ Yes, ma'am. ਓਕੇ ਕੰਡਕਸ਼ਨ। ਕੰਡਕਸ਼ਨ ਕੀ ਹੈ? ਕਹਿੰਦੇ ਕੰਡਕਸ਼ਨ ਕੀ ਹੈ? ਕੰਡਕਸ਼ਨ ਇਜ਼ ਅ ਫਲੋ ਆਫ ਹੀਟ ਥਰੂ ਅ ਸਬਸਟੈਂਸ ਵਿਦਆਊਟ ਮੂਵਮੈਂਟ ਆਫ ਅ ਸਬਸਟੈਂਸ ਇਟਸੈਲਫ। ਕੰਡਕਸ਼ਨ ਕੀ ਹੈ? ਫਲੋ ਆਫ ਹੀਟ ਹੈ। ਕਿਸ ਤਰ੍ਹਾਂ ਹੀਟ ਦੀ ਫਲੋ ਹੋਣੀ? ਕਿ ਜਿਹੜਾ ਸਬਸਟੈਂਸ ਹੈ ਉਹਦੇ ਵਿੱਚ ਤਾਂ ਕੋਈ ਮੂਵਮੈਂਟ ਨਹੀਂ ਆਣੀ, ਬਟ ਜਿਹੜੀ ਹੀਟ ਹੈ ਉਹਨੂੰ ਫਲੋ ਕਰਨਾ। ਲਾਈਕ ਅਸੀਂ ਅਗਰ ਹੁਣ ਅਸੀਂ ਕੁਛ ਬਣਾਉਣਾ ਹੋਵੇ, ਸਬਜ਼ੀ ਵਗੈਰਾ ਬਣਾਉਣੀ ਹੋਵੇ, ਤਾਂ ਅਸੀਂ ਪੈਨ ਨੂੰ ਥੋੜੀ ਹਿਲਾਉਂਦੇ, ਅਸੀਂ ਸਿਰਫ ਉਹਦੇ ਵਿੱਚ ਜਿਹੜੀ ਸਬਜ਼ੀ ਹੈ ਉਹਨੂੰ ਹਿਲਾਉਂਦੇ, ਸਬਸਟੈਂਸ ਨਹੀਂ ਹਿਲ ਰਿਹਾ, ਬਟ ਉਹਦੇ ਵਿੱਚ ਜਿਹੜੀ ਹੀਟ ਉਹਨੂੰ ਮਿਲ ਰਹੀ ਤੇ ਜਿਹੜੀ ਸਾਡਾ ਸਬਜ਼ੀ ਹੈ ਉਹ ਕੀ ਹੈ? ਬਣ ਰਹੇ। ਨੈਕਸਟ ਹੁੰਦੇ ਸਾਡੇ ਪਾਸ ਕੰਡਕਟਰਸ ਐਂਡ ਇਨਸੂਲੇਟਰਸ। ਪਤਾ ਕਿਸੇ ਨੂੰ ਕੰਡਕਟਰਸ ਔਰ ਇਨਸੂਲੇਟਰਸ ਕੀ ਹੁੰਦੇ? ਐਨੀਵਨ ਨੋ ਕੰਡਕਟਰ ਔਰ ਇਨਸੂਲੇਟਰ? ਲੋਅਰ ਕਲਾਸਿਸ ਵਿੱਚ ਤੁਸੀਂ ਪੜ੍ਹਿਆ ਹੋਣਾ, ਨਹੀਂ ਪਤਾ? ਅਨਿਕੇਤ? कंडक्टर ਹਾਂ ਵੈਰੀ ਗੁੱਡ। ਜਿਹੜੇ ਕੰਡਕਟਰਸ ਹੁੰਦੇ ਉਹ ਸਬਸਟੈਂਸ ਹੈ ਜਿਹੜੀ ਹੀਟ ਔਰ ਇਲੈਕਟ੍ਰਿਸਿਟੀ ਨੂੰ ਜਿਹੜੇ ਆਪਣੇ ਵਿੱਚੋਂ ਪਾਸ ਹੋਣ ਦਿੰਦੇ। ਠੀਕ ਹੈ, ਇਨਸੂਲੇਟਰਸ ਆਰ ਦੋ ਸਬਸਟੈਂਸ ਵਿਚ ਡੂ ਨੋਟ ਅਲਾਉ ਟੂ ਪਾਸ ਹੀਟ ਔਰ ਇਲੈਕਟ੍ਰਿਸਿਟੀ ਇਨਟੂ them। ਠੀਕ ਹੈ, ਕੰਡਕਟਰਸ ਦੀ ਐਗਜ਼ਾਮਪਲਸ ਹੈ ਸਾਡੇ ਪਾਸ ਮੈਟਲਸ। ਓਕੇ, ਮੈਨੂੰ ਦੱਸੋ ਕਿ ਇਲੈਕਟ੍ਰਿਸਿਟੀ ਦੀ ਗੁੱਡ ਕੰਡਕਟਰ ਕਿਹੜਾ ਹੈ? ਵਾਇਰਸ ਕਿਸ ਚੀਜ਼ ਦੀਆਂ ਆਉਂਦੀਆਂ? Copper PC। ਕੋਪਰ। ਅੱਛਾ, ਕੋਪਰ ਤੋਂ ਇਲਾਵਾ ਹੋਰ ਕੋਈ ਹੋਵੇ ਜਿਹੜਾ ਇਲੈਕਟ੍ਰਿਸਿਟੀ ਦਾ ਬੈਸਟ ਕੰਡਕਟਰ ਹੋਵੇ? ਇਲੈਕਟ੍ਰਿਸਿਟੀ ਦਾ ਬੈਸਟ ਕੰਡਕਟਰ ਹੁੰਦਾ ਸਿਲਵਰ, ਚਾਂਦੀ। ਠੀਕ ਹੈ, ਅਸੀਂ ਸਿਲਵਰ ਤਾਂ ਨਹੀਂ ਯੂਜ਼ ਕਰਦੇ ਵਾਇਰਸ ਵਿੱਚ ਕਿਉਂਕਿ ਬਹੁਤ ਕੋਸਟਲੀ ਪੈ ਜਾਂਦੀ, ਔਰ ਚੋਰਾਂ ਨੇ ਤਾਂ ਫਿਰ ਤਾਰਾਂ ਹੀ ਵੱਢ ਕੇ ਲੈ ਜਾਣੀਆਂ, ਸਾਨੂੰ ਪਤਾ ਹੀ ਹੈ ਚੋਰਾਂ। ਠੀਕ ਹੈ, ਇਸ ਲਈ ਜਿਹੜੇ ਅਸੀਂ ਕੂਪਰ ਹੈ ਜਿਹੜਾ ਸਾਨੂੰ ਸਹੀ ਮਿਲ ਜਾਂਦਾ, ਇਹਦਾ ਕੋਸਟ ਵੀ ਜ਼ਿਆਦਾ ਨਹੀਂ ਹੁੰਦਾ, ਇਸ ਲਈ ਜਿਹੜੀ ਅਸੀਂ ਕੂਪਰ ਦੀ ਵਾਇਰਸ ਜਿਹੜੀਆਂ ਯੂਜ਼ ਕਰਦੇ। ਠੀਕ ਹੈ, ਘਰਾਂ ਵਿੱਚ ਵੀ ਅਸੀਂ ਜਿਹੜੇ ਮੈਟਲਸ ਦੇ ਬਣੇ ਹੋਏ ਭਾਂਡੇ ਯੂਜ਼ ਕਰਦੇ। ਤੁਸੀਂ ਆਪਣੇ ਘਰ ਦੇ ਭਾਂਡੇ ਦੇਖਿਓ, ਜਾਂ ਤਾਂ ਉਹ ਕਾਹਦੇ ਬਣੇ ਹੁੰਦੇ? ਸਿਲਵਰ ਦੇ ਹੁੰਦੇ ਜਾਂ ਐਲੂਮੀਨੀਅਮ ਦੇ। ਠੀਕ ਹੈ, ਤੇ ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ ਕਿਹੜੀ ਹੁੰਦੀ ਆ? ਵੁੱਡ, ਹੀਟ ਔਰ ਇਲੈਕਟ੍ਰਿਸਿਟੀ ਦੀ ਵੁੱਡ, ਰਬੜ ਔਰ ਗਲਾਸ। ਠੀਕ ਹੈ, ਨੈਕਸਟ ਹੈ ਸਾਡੇ ਪਾਸ, ਹਾਂਜੀ ਨੈਕਸਟ ਹੈ ਸਾਡੇ ਪਾਸ convection। ठीक है, the process of transfer of heat in the liquid or gas
by the movement of liquid or gas is called convection। ठीक है, मतलब किस तरह हीट ਦੀ ट्रांसफर होनी जिस टाइम ਜਿਹੜਾ ਲਿਕੁਇਡ ਔਰ ਗੈਸ ਨੇ ਕੀ ਕਰਨੀ ਮੂਵਮੈਂਟ ਕਰਨੀ। ਠੀਕ ਹੈ, ਇਹਦੇ ਲਈ ਮੈਂ ਤੁਹਾਨੂੰ ਇੱਕ ਐਕਸਪੈਰੀਮੈਂਟ ਦਿਖਾਣੀ ਹੈ। ਵੇਟ ਫॉर 2 मिनट। ਸੋ ਦੇਖੋ, ਇੱਕ ਮੈਂ ਬਾਕਸ ਲਿਆ ਲਾਈਕ ਰੂਮ ਟਾਈਪ। ਠੀਕ ਹੈ, ਉਹਦੇ ਵਿੱਚ ਮੈਂ ਇੱਕ ਕੈਂਡਲ ਔਨ ਮਤਲਬ ਕੈਂਡਲ ਨੂੰ ਜਲਾਇਆ ਤੇ ਇੱਕ ਮੈਂ ਲਈ ਟੂਬ। ਠੀਕ ਹੈ, ਜਿਸ ਟਾਈਮ ਮੈਂ ਜਿਹੜਾ ਇਹਨੂੰ ਇਹਦੇ ਵਿੱਚੋਂ ਪਾ ਦੇਣਾ, ਮਤਲਬ ਕੀ ਹੈ ਅੰਦਰ ਇਹਦੇ ਹੀਟ ਵੀ ਹੈ ਔਰ ਸਮੋਕ ਵੀ ਹੋਣੀ ਸਟਾਰਟ ਹੋ ਜਾਣੀ। ਤਾਂ ਜਿਹੜੀਆਂ ਉੱਪਰ ਇਹ ਦੋ ਚਿਮਨੀਸ ਲੱਗੀਆਂ ਹੋਈਆਂ, ਲਾਈਕ ਤੁਹਾਨੂੰ ਦਿਖ ਰਿਹਾ ਚਿਮਨੀ ਵਿੱਚੋਂ ਧੂੰਆਂ ਆ ਰਿਹਾ ਬਾਹਰ। ਹਾਂਜੀ ਹਾਂਜੀ ਇਹਦੇ ਨਾਲ ਕੀ ਹੋ ਰਿਹਾ ਕਿ ਜਿਹੜਾ ਚਿਮਨੀ ਦੇ ਵਿੱਚ ਜਿਹੜਾ ਧੂੰਆਂ ਹੈ ਉਹ ਬਾਹਰ ਆਣਾ ਸਟਾਰਟ ਹੋ ਗਿਆ। ਠੀਕ ਹੈ, ਇੱਕ ਰੂਮ ਟਾਈਪ ਇਹਦੇ ਵਿੱਚ ਜਿਹੜੀ ਸਮੋਕ ਔਰ ਜਿਹੜੀ ਹੀਟ ਹੈ ਦੋਨੋਂ ਹੀ ਪ੍ਰੋਡਿਊਸ ਹੋ ਗਈ। ਠੀਕ ਹੈ, ਮਤਲਬ ਕਿ ਇਹ ਗੈਸ ਨੇ ਜਿਹੜੀ ਆਪਣੀ ਗੈਸ ਨੇ ਕੀ ਹੈ ਆਪਣੀ ਜਿਹੜੀ ਮੂਵਮੈਂਟ ਹੋਣ ਦੇ ਨਾਲ ਜਿਹੜੀ ਹੀਟ ਜਿਹੜੀ ਹੈ ਪ੍ਰੋਡਿਊਸ ਕੀਤੀ। ਇਹਦੀ ਐਗਜ਼ਾਮਪਲਸ ਹੈ ਲਾਈਕ ਹੁਣ ਅਸੀਂ ਘਰਾਂ ਵਿੱਚ ਆਪਣੇ ਦੇਖਦੇ, ਅਸੀਂ ਕੀ ਕਰਦੇ, ਜਾਂ ਤਾਂ ਅਸੀਂ ਵੈਂਟੀਲੇਟਰਸ ਰੱਖੇ ਹੁੰਦੇ ਜਾਂ ਤਾਂ ਅਸੀਂ ਐਗਜ਼ੌਸਟ ਫੈਨ ਰੱਖੇ ਹੁੰਦੇ। ਉਹ ਅਸੀਂ ਕਿਉਂ ਰੱਖਦੇ, ਕਿਉਂਕਿ ਜਿਹੜੇ ਅੰਦਰ ਦਾ ਜਿਹੜਾ ਹੀਟ ਹੈ ਉਹ ਟੈਂਪਰੇਚਰ ਹੈ ਉਹ ਨੋਰਮਲ ਰਹੇ। ਠੀਕ ਹੈ ਸਟੂਡੈਂਟਸ, ਸਮਝ ਆਇਆ। ਹੁਣ ਦੇਖੋ ਕਿ ਇੰਡਸਟਰੀ ਵਿੱਚੋਂ ਕਿੰਨਾ, ਹਾਂਜੀ ਇੰਡਸਟਰੀ ਵਿੱਚੋਂ ਕਿੰਨਾ ਜ਼ਿਆਦਾ, ਕੀਰਤੀ ਕੈਮਰਾ ਔਨ ਕਰੋ, ਇੰਡਸਟਰੀ ਵਿੱਚੋਂ ਕਿੰਨਾ ਜ਼ਿਆਦਾ ਜਿਹੜਾ ਧੂੰਆਂ ਸਮੋਕ ਹੁੰਦਾ, ਕਿੰਨਾ ਉਹ ਸਾਰਾ ਕੁਝ ਨਿਕਲਦਾ। ਉਹਦੇ ਵਿੱਚ ਕੀ ਹੈ, ਬੱਚੇ ਕੈਮਰਾ ਔਨ ਕਰੋ ਸਾਰੇ। ਉਹਦੇ ਵਿੱਚ ਕੀ ਹੈ, ਉਨੀ ਕੀ ਹੁੰਦਾ ਆਪਣੇ ਜਿਹੜੀ ਫੈਕਟਰੀਜ਼ ਦੇ ਉੱਪਰ ਜਿਹੜੀਆਂ ਚਿਮਨੀਸ ਰੱਖੀਆਂ ਹੁੰਦੀਆਂ, ਜਿਹਦੇ ਵਿੱਚੋਂ ਕੀ ਹੈ ਜਿਹੜਾ ਸਮੋਕਸ ਵਗੈਰਾ ਜਿਹੜੀ ਕੀ ਹੈ ਬਾਹਰ ਨਿਕਲਦੀ ਰਹਿੰਦੀ, ਔਰ ਜਿਹੜਾ ਫੈਕਟਰੀ ਦੇ ਅੰਦਰ ਅੰਦਰ ਦਾ ਟੈਂਪਰੇਚਰ ਹੈ ਉਹ ਕੀ ਰਹੇ, ਨੋਰਮਲ ਰਹੇ। ਠੀਕ ਹੈ, ਨੈਕਸਟ ਹੁੰਦੀ ਸਾਡੇ ਪਾਸ ਰੇਡੀਏਸ਼ਨ। ਰੇਡੀਏਸ਼ਨ ਪਤਾ ਕਿਸੇ ਨੂੰ ਕੀ ਹੁੰਦੀ? ਹਾਂਜੀ ਮੈਂ ਵਾਇਰ ਤੋਂ ਵੀ ਹੋ ਜਾਂਦੀ ਹੈ ਰੇਡੀਏਸ਼ਨ ਕਿਸੇ ਨੂੰ, ਜਾਂ ਟਾਵਰਸ ਤੋਂ ਹੁੰਦੀ ਆ। ਹਾਂਜੀ ਠੀਕ ਹੈ, ਰੇਡੀਏਸ਼ਨ ਕੀ ਹੈ, ਮਤਲਬ ਜਿਹੜੀ ਸਨਸ ਤੋਂ ਜਿਹੜੀ ਲਾਈਟ ਆ ਰਹੀ ਉਹ ਵੀ ਇੱਕ ਰੇਡੀਏਸ਼ਨ ਵਿੱਚ ਹੀ ਆ ਰਹੀ। ਜਿੱਦਾਂ ਸੌਰਵ ਨੇ ਦੱਸਿਆ ਕਿ ਟਾਵਰਸ ਤੋਂ ਵੀ ਰੇਡੀਏਸ਼ਨ ਜਿਹੜੀਆਂ ਨਿਕਲਦੀਆਂ। ਠੀਕ ਹੈ, ਇਹਦੇ ਵਿੱਚ ਕੀ ਹੈ, ਕਹਿੰਦੇ ਰੇਡੀਏਸ਼ਨ ਇਜ਼ ਅ ਪ੍ਰੋਸੈਸ ਬਾਈ ਵਿਚ ਹੀਟ ਟਰੈਵਲ ਵਿਦਾਊਟ ਦੀ ਹੈਲਪ ਆਫ ਮਟੀਰੀਅਲ ਮੀਡੀਅਮ। ਜਿਹਦੇ ਵਿੱਚ ਕੀ ਹੈ, ਜਿਹੜੀ ਹੀਟ ਨੂੰ ਟਰੈਵਲ ਕਰਨ ਲਈ ਜਿਹੜਾ ਕੋਈ ਵੀ ਮੀਡੀਅਮ ਨਹੀਂ ਚਾਹੀਦਾ ਹੁੰਦਾ, ਜਿਹੜੀ ਹੀਟ ਹੈ ਉਹ ਕਿਤੇ ਮਰਜ਼ੀ ਵੀ ਟਰੈਵਲ ਕਰ ਸਕਦੀ। ਠੀਕ ਹੈ, ਦੀ ਹੀਟ ਰੇਡੀਏਟਡ ਬਾਈ ਐਨ ਆਬਜੈਕਟ ਡਿਪੈਂਡ ਔਨ ਇਟਸ ਟੈਂਪਰੇਚਰ। ਕਿਸੇ ਵੀ ਜਿਹੜੇ ਆਬਜੈਕਟ ਤੋਂ ਜਿਹੜੀ ਹੀਟ ਜਿਹੜੀ ਰੇਡੀਏਟ ਹੁੰਦੀ ਉਹ ਕਿਤੇ ਡਿਪੈਂਡ ਕਰਦੀ, ਉਹਦੇ ਟੈਂਪਰੇਚਰ ਤੋਂ। ਹੁਣ ਤੁਸੀਂ ਸਰਦੀਆਂ ਵਿੱਚ ਹੀਟਰ ਯੂਜ਼ ਕਰਦੇ ਹੋਣੇ, ਹੀਟਰਸ, ਜਾਂ ਘਰਾਂ ਵਿੱਚ ਚੁੱਲ੍ਹੇ ਵਗੈਰਾ ਹੁੰਦੇ ਹੈਨਾ। ਅਸੀਂ ਕੀ ਹੈ, ਕਿੰਨਾ ਅਸੀਂ ਸਰਦੀਆਂ ਵਿੱਚ ਉਹਨਾਂ ਕੋਲ ਬੈਠ ਕੇ ਹੀਟ ਲੈਂਦੇ, ਉਹ ਸਾਨੂੰ ਉਨੀ ਹੀਟ ਦੇ ਸਕਦੇ ਜਿੰਨਾ ਕਿ ਉਹਨਾਂ ਦੇ ਵਿੱਚ ਜਿਹੜਾ ਉਹਦੇ ਵਿੱਚ ਜਿੰਨਾ ਟੈਂਪਰੇਚਰ ਹੈ। ਠੀਕ ਹੈ, ਜਿੰਨੇ ਟੈਂਪਰੇਚਰ ਤੇ ਉਹ ਚੱਲ ਰਹੇ ਉਨੀ ਜਿਹੜੀ ਉਹ ਹੀਟ ਹੈ ਜਿਹੜੀ ਪ੍ਰੋਡਿਊਸ ਕਰ ਸਕਦੇ। ਓਕੇ, ਸੋ ਮੈਨੂੰ ਦੱਸੋ ਕਿ ਕਿਹੜਾ ਕਲਰ ਹੈ ਜਿਹੜਾ ਬੈਸਟ ਹੀਟ ਅਬਜ਼ੋਰਬਰ ਹੈ? ਬਲੈਕ। ਹਾਂਜੀ ਹਾਂਜੀ, ਵੈਰੀ ਬਲੈਕ ਕਲਰ। ਹੁਣ ਅਸੀਂ ਗਰਮੀਆਂ ਦੇ ਵਿੱਚ ਤਾਂ ਬਲੈਕ ਕਲਰ ਨਹੀਂ ਪਹਿਨਦੇ, ਕਿਉਂ ਨਹੀਂ ਪਹਿਨਦੇ ਅਸੀਂ ਗਰਮੀਆਂ ਵਿੱਚ ਜ਼ਿਆਦਾ ਬਲੈਕ ਕਲਰ? ਉਹ ਹੀਟ ਨੂੰ ਆਪਣੇ ਵੱਲ ਖਿੱਚਦਾ। ਆਪਣੇ ਵੱਲ ਖਿੱਚਦਾ, ਵੈਰੀ ਗੁੱਡ। ਜਿਹੜਾ ਅਸੀਂ ਜਿਹੜਾ ਬਲੈਕ ਕਲਰ ਹੈ ਉਹਨੂੰ ਅਸੀਂ ਕੀ ਮੰਨਦੇ, ਜਿਹੜਾ ਉਹ ਹੀਟ ਬਲੈਕ ਆਬਜੈਕਟਸ ਆਰ ਬੈਸਟ ਅਬਜ਼ੋਰਬਰਸ ਆਫ ਰੇਡੀਏਟਡ એનર્ਜੀ। ਜਿਹੜੀ એનર્ਜੀ ਨੂੰ ਇਹ ਬੈਸਟ ਜਿਹੜਾ ਕੀ ਕਰ ਲੈਂਦੇ, ਅਬਜ਼ੋਰਬ ਕਰ ਲੈਂਦੇ। ਠੀਕ ਹੈ, ਹੁਣ ਅਸੀਂ ਸੋਲਰ ਕੁੱਕਰ ਦੇਖਿਆ ਕਿਸ ਨੇ? ਹਾਂਜੀ ਹਾਂਜੀ ਮੈਮ। ਉਹਨੂੰ ਵੀ ਬਲੈਕ ਕਲਰ ਵਿੱਚ ਰੱਖਿਆ ਹੁੰਦਾ, ਉਹ ਬਲੈਕ ਕਲਰ ਦਾ ਹੁੰਦਾ। ਉਹਦੇ ਵਿੱਚ ਅਸੀਂ ਏਦਾਂ ਗਲਾਸ ਵਗੈਰਾ ਰੱਖ ਦਿੰਦੇ ਵਿੱਚ, ਅਸੀਂ ਉਹਦਾ ਕੀ ਹੈਲਪ ਕਰਦਾ, ਜਿਹੜੀ ਸਨ ਤੋਂ ਰੇਡੀਏਸ਼ਨਸ ਆਉਂਦੀਆਂ ਉਹ ਆਪਣੇ ਵਿੱਚ ਅਬਜ਼ੋਰਬ ਕਰਦਾ ਰਹਿੰਦਾ। ਉਹਦੇ ਨਾਲ ਜਿਹੜਾ ਗਲਾਸ ਹੈ ਉਹ ਹੀਟ ਹੋਣਾ ਸਟਾਰਟ ਹੁੰਦਾ, ਔਰ ਜਿਹੜਾ ਉਹਦੇ ਵਿੱਚ ਅਸੀਂ ਸਬਸਟੈਂਸ ਰੱਖੇ ਹੁੰਦੇ ਉਹ ਕੀ ਹੈ, ਕੁੱਕ ਹੋਣੇ ਸਟਾਰਟ ਹੋ ਜਾਂਦੇ। ਠੀਕ ਹੈ, ਬਣਨੇ ਸਟਾਰਟ ਹੋ ਜਾਂਦੇ। ਠੀਕ ਹੈ, ਇਸ ਲਈ ਜਿਹੜਾ ਅਸੀਂ ਬਲੈਕ ਕਲਰ ਨੂੰ ਹੈ ਬੈਸਟ ਅਬਜ਼ੋਰਬਰ ਮੰਨਦੇ। ਠੀਕ ਹੈ ਸਟੂਡੈਂਟ।
ਯੈਸ ਮੈਮ। ਸਮਝ ਆਇਆ ਸਾਰਿਆਂ ਨੂੰ? ਯੈਸ ਮੈਮ। ਓਕੇ ਸਟੂਡੈਂਟਸ, ਹੁਣ ਮੈਂ ਤੁਹਾਡੇ ਤੋਂ ਕੁਐਸਚਨਸ ਪੁੱਛਣੇ, ਮੈਂ ਦੇਖਦੀ ਤੁਹਾਨੂੰ ਕਿੰਨਾ ਸਮਝ ਆਇਆ। ਠੀਕ ਹੈ ਬੱਚੋ? ਯੈਸ ਮੈਮ। फर्स्ट क्वेश्चन, Aniket, what do you mean by energy? What do you mean by energy? Okay, very good. Okay, Lotus, ਯੈਸ ਮੈਮ। ਕੀ hotness और coldness ਜਿਹੜੀ ਹੈ relative ਹੋ ਸਕਦੀ ਹੈ ਨਹੀਂ? ਨਹੀਂ। Lotus, hotness and coldness experiment perform ਕੀਤਾ ਹੈ? ਹਾਂਜੀ ਹੋ ਸਕਦੀ। ਹਾਂਜੀ, very good. Okay, which types of scale we use to measure the temperature? Jatin? फ़ारेनहाइट मीटर या थर्मामीटर। हाँ जी, फ़ारेनहाइट स्केल और सेल्सियस स्केल। वेरी गुड। सौरभ, व्हाट डू यू मीन बाय इंसुलेटर्स? ਇੰਸੂਲੇਟਰ ਤੇ ਜਿਹਦੇ ਵਿੱਚੋਂ ਬਿਜਲੀ ਨਹੀਂ ਨਿਕਲ ਸਕਦੀ, ਮਤਲਬ इंसुलेटर। ਗੁੱਡ। गुड हो गया, ग्लास हो गया। ओके, वेरी गुड। सिया, व्हाट डू यू मीन बाय कंडक्टर्स? मैम जिनमें से करंट पास हो जाता है। करंट पास हो जाता है और हीट पास हो जाती है। कीर्ति? कीर्ति? चलो, जतिन ਤੁਸੀਂ ਦੱਸੋ ਕਿ ਕਿਹੜਾ ਕਲਰ ਹੈ ਜਿਹੜਾ ਬੈਸਟ ਅਬਜ਼ੌਰਬਰ ਹੈ ਰੇਡੀਏਟ એનર્ਜੀ ਦਾ? ब्लैक कलर। ਓਕੇ, ਵੈਰੀ ਗੁੱਡ। ਸੋ ਸਟੂਡੈਂਟਸ, ਤੁਹਾਡਾ ਹੋਮਵਰਕ ਹੈ ਤੁਸੀਂ ਕੰਡਕਟਰ ਔਰ ਇਨਸੂਲੇਟਰਸ ਦੀਆਂ ਜਿਹੜੀਆਂ ਪਿਕਚਰਸ ਹੈ ਉਹ ਆਪਣੇ ਜਿਹੜੇ ਸਕ੍ਰੈਪ ਬੁੱਕ ਤੇ ਪੇਸਟ ਕਰਕੇ ਲੈ ਕੇ ਆਣੀਆਂ। ਉਸ ਤੋਂ ਬਾਅਦ ਇੱਕ ਤੁਸੀਂ ਨੀਟ ਐਂਡ ਕਲੀਨ ਡਾਇਗਰਾਮ ਸੋਲਰ ਕੁੱਕਰ ਦਾ ਚਾਰਟ ਬਣਾ ਕੇ ਲੈ ਕੇ ਆਣਾ। ਠੀਕ ਹੈ ਸਟੂਡੈਂਟਸ? यस मैम। ਯੈਸ ਮੈਮ। थैंक यू, हैव अ नाइस डे, गुड बाय। गुड बाय बाय मैम। बच्चे।